ਸਤਿ ਸ਼੍ਰੀ ਅਕਾਲ ਜੀ। दैनिक सवेरा टीवी देख रहे हो तुसी। मैं हाँ विनित कपूर और पंजाब दे साबका डीजीपी सुमेध सिंह सैनी ਦੀ ਗੱਲ ਕਰ ਲੈਂਦੇ ਆ। ਸੁਮੇਧ ਸਿੰਘ ਸੈਣੀ ਜਿਹੜੇ 2021 ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਰਹੇ ਸੀ ਕਿਉਂਕਿ ਸੁਮੇਧ ਸਿੰਘ ਸੈਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਆ ਉਹ ਸਰਗਰਮ ਢੰਗ ਨਾਲ ਹੁੰਦੀ ਨਜ਼ਰ ਆਈ ਸੀ। ਸੁਮੇਧ ਸਿੰਘ ਸੈਣੀ ਨੂੰ ਲੈ ਕੇ ਏਜੀ ਜਿਹੜੇ ਨੇ ਉਹ ਬਦਲੇ ਜਾਂਦੇ ਨੇ, ਸੁਮੇਧ ਸਿੰਘ ਸੈਣੀ ਨੂੰ ਲੈ ਕੇ ਡੀਜੀ ਜਿਹੜੇ ਨੇ ਉਹ ਬਦਲੇ ਜਾਂਦੇ ਨੇ। ਸੁਮੇਧ ਸਿੰਘ ਸੈਣੀ ਦੇ ਮਸਲੇ ਦੇ ਉੱਪਰ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਅਸਤੀਫਾ ਲਿਆ ਗਿਆ ਹੈ ਔਰ ਉਹੀ ਸੈਣੀ ਨੂੰ ਲੈ ਕੇ ਕੱਲ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਪੰਜਾਬ ਸਰਕਾਰ ਐਡਜਮੈਂਟ ਮੰਗਦੀ ਹੈ ਕਿ ਅਗਲੀ ਡੇਟ ਦੇ ਦਿਓ, ਅਗਲੀ ਡੇਟ ਤੇ ਸੁਣਵਾਈ ਕਰਾਂਗੇ। ਲੇਕਿਨ ਅਗਲੀ ਡੇਟ ਤੇ ਕਿਹੜੀ ਸਰਕਾਰ ਸੁਣਵਾਈ ਕਰੂਗੀ, ਉਸ ਵੇਲੇ ਕਿਹੜੀ ਸਰਕਾਰ ਹੋਏਗੀ ਆ ਤੇ ਆਉਣ ਵਾਲਾ 10 ਤਰੀਕ ਦੱਸ ਦੂਗੀ। ਲੇਕਿਨ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅੱਜ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹ ਵਾਕਈ ਬੇहद ਸੰਗੀਨ ਮਸਲਾ ਬਣਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸੁਪਰੀਮ ਕੋਰਟ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦਾ ਹੋਇਆ ਨਜ਼ਰ ਆਇਆ ਕਿ ਕੱਲ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਤੇ ਸੈਣੀ ਨੂੰ ਜਿਹੜੀ 20 ਅਪ੍ਰੈਲ ਤੱਕ ਰਾਹਤ ਮਿਲੀ ਹੈ ਉਹ ਰਾਹਤ ਕਿੱਦਾਂ ਮਿਲ ਸਕਦੀ ਹੈ। ਖਾਸ ਕਰਕੇ ਉਸ ਰਾਹਤ ਦੇ ਵਿੱਚ ਇੱਕ ਚੀਜ਼ ਮੈਂਸ਼ਨ ਹੈ ਕਿ ਜਿਹੜੇ ਮਾਮਲੇ ਦਰਜ ਨੇ ਉਹਨਾਂ ਦੇ ਵਿੱਚ ਤੇ ਗ੍ਰਿਫਤਾਰੀ ਨਹੀਂ ਹੋ ਸਕਦੀ, ਲੇਕਿਨ 20 ਅਪ੍ਰੈਲ ਤੱਕ ਅਗਰ ਕੋਈ ਹੋਰ ਮਾਮਲਾ ਵੀ ਦਰਜ ਹੁੰਦਾ ਹੈ ਸੈਣੀ ਦੇ ਖਿਲਾਫ ਤੇ ਉਸ ਦੇ ਵਿੱਚ ਵੀ ਗ੍ਰਿਫਤਾਰੀ ਨਹੀਂ ਹੋ ਸਕਦੀ। ਇਸ ਦੇ ਉੱਪਰ ਇਤਰਾਜ਼ ਜਤਾਇਆ ਸੁਪਰੀਮ ਕੋਰਟ ਨੇ। ਐਡਵੋਕੇਟ ਪ੍ਰਦੀਪ ਵਿਰਕ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਵਿਰਕ ਸਾਹਿਬ, ਸੁਮੇਧ ਸਿੰਘ ਸੈਣੀ ਇੱਕ ਵੱਡਾ ਮਸਲਾ ਹੀ ਕਹਾਂਗੇ ਸੈਣੀ ਨੂੰ ਕਿਉਂਕਿ 2021 ਦੀ ਸਾਰੀ ਸਿਆਸਤ ਜਿਹੜੀ ਹੈ ਉਹ ਸੈਣੀ ਦੇ ਨਾਂ ਤੋਂ ਹੁੰਦੀ ਨਜ਼ਰ ਆਈ ਸੀ। ਗ੍ਰਿਫਤਾਰ ਕਰੋ ਸੈਣੀ ਨੂੰ, ਰੇਡ ਕਰੋ ਸੈਣੀ ਤੇ, ਲੱਭੋ ਸੈਣੀ ਕਿੱਥੇ ਹੈ, ਔਰ ਉਹੀ ਸੈਣੀ ਹੁਣ 20 ਅਪ੍ਰੈਲ ਤੱਕ ਰਾਹਤ ਲੈ ਗਿਆ। ਹਾਲਾਂਕਿ ਅੱਜ ਜ਼ਰੂਰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ ਸੁਮੇਧ ਸਿੰਘ ਸੈਣੀ ਨੂੰ, ਲੇਕਿਨ ਓਵਰਆਲ ਜਿਹੜੇ ਸਮੀਕਰਨ ਬੰਦੇ ਨਜ਼ਰ ਆਏ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਜੀ, ਪਹਿਲਾਂ ਤਾਂ ਮੈਂ ਇੱਕ ਛੋਟੀ ਜਿਹੀ ਚੀਜ਼ ਕਹਿਣੀ ਚਾਹਾਂਗਾ। ਸੁਮੇਧ ਸੈਣੀ ਨੂੰ ਪਲੀਜ਼ ਆਊਟ ਆਫ ਪ੍ਰੋਪੋਰਸ਼ਨ ਨਾ ਬਲੋ ਕਰੋ। ਉਹ ਇੱਕ ਵਰਦੀ ਤੇ ਦਾਗ ਹੈ। ਪੋਲਿਟਿਕਸ ਉਹਦੇ ਆਸ-ਪਾਸ ਤਾਂ ਹੋ ਰਹੀ ਹੈ ਕਿ ਉਹਦੀਆਂ ਗਲਤ ਹਰਕਤਾਂ ਕਰਕੇ ਉਹਨੂੰ ਇੰਪੋਰਟੈਂਟ ਪੋਸਟਿੰਗਸ ਦਿੱਤੀਆਂ ਗਈਆਂ, ਜਿਸ ਕਰਕੇ ਉਹਨੇ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ। ਇਨਫੈਕਟ ਜੇ ਕਿਤੇ ਵੀ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਜਾਂ IPS ਆਫਿਸਰਸ ਕਿਤੇ ਸ਼ਰਮਸਾਰ ਹੁੰਦੇ ਹੈ ਉਹ ਸੁਮੇਧ ਸੈਣੀ ਤੇ ਇਹਦੇ ਵਰਗੇ ਅਫਸਰਾਂ ਕਰਕੇ ਹੁੰਦੇ ਆ। ਸੋ ਇਹ ਕਹਿਣਾ ਕਿ ਇੰਨੀ ਵੇਟੇਜ ਇਹਨੂੰ ਮਿਲੀ ਹੈ ਜੋ ਮਿਲੀ ਹੈ ਉਹ ਗਲਤ ਕਾਰਨਾਂ ਕਰਕੇ ਮਿਲੀ ਹੈ। ਸੋ ਲੈਟ ਅਸ ਮੇਕ ਐਨ ਐਗਜ਼ਾਮਪਲ ਆਊਟ ਆਫ ਹਿਮ ਕਿ ਅਫਸਰ ਤਾਂ ਕਿ ਆਪਣੀ ਫਰਜ਼ ਨਿਭਾਉਣ ਦੇ ਬਾਰੇ ਪਾਸੇ ਤੁਰਨਾ ਸ਼ੁਰੂ ਕਰਨ, ਨਾ ਕਿ ਸੁਮੇਧ ਸਿੰਘ ਸੈਣੀ ਵਾਂਗੂ ਲੋਕਾਂ ਤੇ ਤਸ਼ੱਦਦ ਢਾਉਣੀ। ਔਰ ਦੂਜੀ ਗੱਲ, ਜਿਹੜਾ ਸੁਮੇਧ ਸੈਣੀ ਦਾ ਇੱਕ ਪੋਲੀਟੀਕਲ ਇਸ਼ੂ ਬਣਿਆ ਹੈ ਉਹ ਕੀ ਆਊਟਕਮ ਹੁੰਦੀ ਹੈ, ਕਿਹੜੀ ਸਰਕਾਰ ਆਉਂਦੀ ਹੈ, ਮੇਰਾ ਉਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਵੇਖੋ ਇੱਕ ਨਿਊਟਰਲ ਲਾਇਰ ਹਾਂ, ਮੈਂ ਇੱਕ ਕੰਪਲੇਨੈਂਟ ਲਈ ਪੇਸ਼ ਹੋ ਰਿਹਾ। ਮੈਂ ਤਾਂ ਸੁਮੇਧ ਸੈਣੀ ਦੇ ਖਿਲਾਫ ਉਸ ਵੇਲੇ ਵੀ ਲੜਿਆ ਜਦੋਂ ਇਹ ਪਾਵਰ ਦੀ ਪੀਕ ਤੇ ਸੀ। ਨਾ ਮੈਂ ਉਦੋਂ ਡਰਿਆ ਨਾ ਮੈਂ ਹੁਣ ਡਰਿਆ। ਮੀਡੀਆ ਨੇ ਮੇਰਾ ਰੋਲ ਬੜੀ ਰੀਸੈਂਟਲੀ ਚੁੱਕਿਆ ਹੈ, ਅਦਰਵਾਈਜ਼ ਮੈਂ ਤਾਂ ਉਦੋਂ ਵੀ ਲੜਦਾ ਰਿਹਾ ਇਹਦੇ ਖਿਲਾਫ। ਰਹੀ ਗੱਲ ਸੁਮੇਧ ਸੈਣੀ ਦਾ ਪੋਲੀਟੀਕਲ ਕਿਸੇ ਵੀ ਤਰੀਕੇ ਨਾਲ ਸਪੋਰਟ ਲੈਣਾ, ਜੇ ਉਹ ਸਪੋਰਟ ਉਹਨੂੰ ਮਿਲ ਵੀ ਰਹੀ ਹੈ ਮੈਂ ਉਸ ਚੀਜ਼ ਨੂੰ ਵੇਟੇਜ ਨਹੀਂ ਦੇ ਸਕਦਾ ਬਿਕੋਜ਼ ਪ੍ਰੋਸੀਕਿਊਸ਼ਨ ਨੇ ਜੇ ਕਿਤੇ ਕਮੀ ਛੱਡਤੀ, ਪ੍ਰੋਸੀਕਿਊਸ਼ਨ ਦੇ ਵਿੱਚ ਇਨਵੈਸਟੀਗੇਟਿੰਗ ਟੀਮ ਵੀ ਆਉਂਦੀ ਹੈ, ਉਹਨਾਂ ਨੇ ਜੋ ਸਰਕਾਰੀ ਵਕੀਲ ਨੂੰ ਇਨਸਟਰਕਸ਼ਨਸ ਦੇਣੀਆਂ ਉਹ ਵੀ ਚੀਜ਼ਾਂ ਆਉਂਦੀਆਂ। ਉਹ ਸਾਰੀਆਂ ਚੀਜ਼ਾਂ ਜੇ ਅਸੀਂ ਕੰਸੀਡਰ ਕਰੀਏ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਹੈ ਤੇ ਪ੍ਰਾਈਵੇਟ ਲਾਇਰ ਦਾ ਰੋਲ ਹੁੰਦਾ ਹੈ ਕੰਪਲੇਨੈਂਟ ਵੱਲੋਂ ਉਸ ਕਮੀ ਨੂੰ ਪੂਰਾ ਕਰਨਾ, ਜੋ ਮੈਂ ਆਪਣੇ ਵੱਲੋਂ ਪੂਰਾ ਕਰ ਰਿਹਾ ਨਿਊਟਰਲੀ ਚੱਲਦੇ ਹੋਏ। ਸੋ ਇਸ ਕਰਕੇ ਸਰਕਾਰ ਉਹਨੂੰ ਕੀ ਸਪੋਰਟ ਦਿੰਦੀ ਹੈ ਜਾਂ CM ਬਦਲੇ ਜਾਣ ਜਾਂ AG ਬਦਲੇ ਜਾਣ ਜਾਂ DG ਬਦਲੇ ਜਾਣ, ਮੈਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਸੁਮੇਧ ਸਿੰਘ ਸੈਣੀ ਮੇਰੇ ਲਈ ਇੱਕ ਕ੍ਰਿਮੀਨਲ ਇਨ ਯੂਨੀਫਾਰਮ ਹੈ, ਉਹਨੂੰ ਤੇ ਉਹਦੇ ਵਰਗਿਆਂ ਨੂੰ ਉਹਦੇ ਅੰਜਾਮ ਤੱਕ ਲੈ ਕੇ ਜਾਣਾ ਮੇਰਾ ਇੱਕ ਮਕਸਦ ਹੈ। ਲੇਕਿਨ ਵਿਰਕ ਸਾਹਿਬ, ਚਲੋ ਤੁਹਾਡੇ ਲਈ ਕ੍ਰਿਮੀਨਲ ਇਨ ਯੂਨੀਫਾਰਮ ਹੋ ਗਿਆ, ਤੁਸੀਂ ਇਹ ਗੱਲ ਕਰ ਰਹੇ ਹੋ, ਲੇਕਿਨ ਇਸੀ ਸੈਣੀ ਨੂੰ ਲੈ ਕੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਿਆਸਤ ਹੁੰਦੀ ਨਜ਼ਰ ਆਈ ਸੀ, ਕੱਲ ਬੜੀ ਹੈਰਤ ਹੋਈ ਕੋਰਟ ਦੇ ਵਿੱਚ ਕਿ ਜਿਸ ਢੰਗ ਦੇ ਨਾਲ ਕੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਐਡਜਮੈਂਟ ਚਾਹੀਦੀ ਹੈ, ਯਾਨੀ ਅਗਲੀ ਡੇਟ ਪਾ ਦਿਓ ਕੋਈ ਵੀ, ਉਸ ਦੇ ਉੱਪਰ ਸੁਣਵਾਈ ਹੋ ਜਾਊਗੀ, ਲੇਕਿਨ ਅੱਜ ਲਈ ਐਡਜਮੈਂਟ ਚਾਹੀਦੀ ਹੈ। ਲੇਕਿਨ 2017 ਦੀ ਗੱਲ ਕਰੀਏ, 2021 ਦੀ ਗੱਲ ਕਰੀਏ ਤੇ 2021 ਦੇ ਵਿੱਚ ਸਤੰਬਰ ਦੇ ਮਹੀਨੇ ਦੇ ਵਿੱਚ ਹਲਚਲ ਬਹੁਤ ਸਾਰੀ ਸੀ ਜਦੋਂ ਵਿਜੀਲੈਂਸ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ,
ਏਜੀ ਤੇ ਦਬਾਅ ਬਣਾਇਆ ਜਾਂਦਾ ਹੈ, ਡੀਜੀ ਬਦਲਣ ਦੀ ਗੱਲਾਂ ਹੁੰਦੀਆਂ ਨੇ। ਯਾਨੀ ਕਾਂਗਰਸ ਦੀ ਸਾਰੀ ਬਿਸਾਤ ਹੀ ਸੈਣੀ ਦੇ ਆਸ-ਪਾਸ ਘੁੰਮਦੀ ਹੋਈ ਨਜ਼ਰ ਆ ਰਹੀ ਸੀ। ਪੂਰੀ ਦਾ ਪੂਰਾ ਰਾਜਨੀਤਿਕ ਸਮੀਕਰਨ ਬਣ ਗਿਆ ਸੀ ਸੈਣੀ। ਲੇਕਿਨ ਕੱਲ ਤੁਹਾਨੂੰ ਵੀ ਹੈਰਤ ਨਹੀਂ ਹੋਈ ਕਿ ਐਡਜਰਨਮੈਂਟ ਮੰਗ ਲਿੱਤੀ ਗਈ, ਜਦਕਿ ਕੱਲ ਹੋ ਸਕਦਾ ਸੀ ਅਗਰ ਗ੍ਰਿਫਤਾਰੀ ਦੀ ਡਿਮਾਂਡ ਕੀਤੀ ਜਾਂਦੀ ਹਾਈ ਕੋਰਟ ਦੇ ਵਿੱਚ ਤੇ ਸ਼ਾਇਦ ਉਸ ਨੂੰ ਵੀ ਪ੍ਰਵਾਨਗੀ ਮਿਲ ਸਕਦੀ ਸੀ। ਮੈਂ ਇਹਦੇ 'ਚ ਥੋੜ੍ਹੀ ਜਿਹੀ ਐਡੀਸ਼ਨ ਕਰ ਦੇਣਾ ਤੁਹਾਡੀਆਂ ਚੀਜ਼ਾਂ 'ਚ। ਪਹਿਲੀ ਗੱਲ ਤਾਂ ਜੀ ਜਿਹੜੀ ਸੈਣੀ ਦੀ ਬਲੈਂਕਟ ਬੇਲ ਹੈ, ਬਲੈਂਕਟ ਬੇਲ ਇਜ਼ ਕਿ ਐਂਟੀਸਪੇਟਰੀ ਬੇਲ ਫॉर ऑल ऑफेंसेस, ठीक है, जिन्हां चो एक्यूज्ड है। सो सैनी ਜਦੋਂ ਬਲੈਂਕਟ ਬੇਲ ਲਈ ਗਿਆ 2018 ਦੇ ਵਿੱਚ ਇਹਨੂੰ ਬਲੈਂਕਟ ਬੇਲ ਮਿਲ ਗਈ ਸੀ ਔਰ ਉਸ ਵੇਲੇ ਦੇ ਐਡਵੋਕੇਟ ਜਨਰਲ ਨੇ ਆਪ ਪੇਸ਼ ਹੋ ਕੇ ਬਹਿਸ ਕੀਤੀ ਹੈ, ਜਿਸ ਤੋਂ ਬਾਅਦ ਸੈਣੀ ਨੂੰ ਬਲੈਂਕਟ ਬੇਲ ਮਿਲੀ ਔਰ ਉਸ ਬਲੈਂਕਟ ਬੇਲ ਨੂੰ ਕਦੇ ਵੇਕੇਟ ਕਰਾਉਣ ਦੀ ਕੋਸ਼ਿਸ਼ ਨਹੀਂ ਹੋਈ। ਮੇਰੀ ਗੱਲ ਤੇ ਨਾ ਜਾਓ ਪਲੀਜ਼, ਇਸ ਪਟੀਸ਼ਨ ਦੇ ਆਰਡਰਸ ਕੱਢੋ ਨੈਟ ਤੋਂ ਔਰ ਚੈੱਕ ਕਰ ਲਓ। ਰਿਪਲਾਈਜ਼ ਨਹੀਂ ਟਾਈਮ ਤੇ ਫਾਈਲ ਹੋਏ, ਜੁਆਇੰਟ ਐਡਜਰਨਮੈਂਟ ਸੀਕ ਕੀਤੀਆਂ ਗਈਆਂ, ਇਹ ਸਾਰਾ ਚੱਲਦਾ ਰਿਹਾ। ਉਸ ਤੋਂ ਬਾਅਦ ਦੂਜੇ ਕੇਸਿਸ ਦੇ ਵਿੱਚ ਜਦੋਂ ਸੈਣੀ ਅਕਿਊਜ਼ਡ ਬਣਿਆ ਫਿਰ ਇਹਨੇ ਉਹੀ ਪਲੀ ਲਈ ਕਿ ਜੀ ਮੇਰੇ ਤੇ ਵੈਂਡੇਟਾ ਅਨਲੀਸ਼ ਕੀਤਾ ਗਿਆ ਉਸ ਕਰਕੇ। ਹੁਣ ਜਦੋਂ ਸਪਟੈਂਬਰ 21 10 ਸਪਟੈਂਬਰ 2021 ਦਾ ਜਿਹੜਾ ਆਰਡਰ ਆਇਆ, ਤੁਸੀਂ ਉਸ ਆਰਡਰ ਦੀ ਇੱਕ ਬੜੀ ਇੰਟਰਸਟਿੰਗ ਚੀਜ਼ ਵੇਖੋਗੇ। ਕਿਸੇ ਵੀ ਐਂਟੀਸਪੇਟਰੀ ਬੇਲ ਦੇ ਵਿੱਚ 3-4 ਚੀਜ਼ਾਂ ਦੱਸਣੀਆਂ ਜ਼ਰੂਰੀ ਹੁੰਦੀਆਂ। ਸਾਰਾ ਕੇਸ ਉਸੇ ਤੇ ਡਿਪੈਂਡ ਕਰਦਾ। ਪਹਿਲਾ ਕਿ ਐਂਟੀਸੀਡੈਂਟਸ ਕੀ ਹੈ ਜਿਹੜਾ ਬੰਦਾ ਉਸ ਕੇਸ ਦੇ ਵਿੱਚ ਅਕਿਊਜ਼ਡ ਹੈ, ਕਿ ਉਹਦਾ ਕੀ ਟਰੈਕ ਰਿਕਾਰਡ ਹੈ। ਦੂਜਾ ਕਿ ਕੀ ਉਹ ਵਿਟਨੈਸ ਨੂੰ ਇੰਟੀਮੀਡੇਟ ਕਰ ਸਕਦਾ ਹੈ, ਕੀ ਉਹ ਐਵੀਡੈਂਸ ਟੈਂਪਰ ਵਿਦ ਕਰ ਸਕਦਾ, ਔਰ ਚੌਥਾ ਉਹ ਐਬਸਕੌਂਡ ਤਾਂ ਨਹੀਂ ਕਰ ਸਕਦਾ। ਹੁਣ ਸੈਣੀ ਐਬਸਕੌਂਡ ਨਹੀਂ ਕਰ ਸਕਦਾ, ਠੀਕ ਹੈ, ਐਕਸੈਪਟਡ, ਲੇਕਿਨ ਸੈਣੀ ਦੇ ਐਂਟੀਸੀਡੈਂਟਸ ਕੀ ਹੈ? ਇਹਦੇ ਤੇ ਦਿੱਲੀ ਕੇਸ ਚੱਲ ਰਿਹਾ, ਇਹਨੇ ਜੱਜਸ ਨੂੰ ਇੰਟੀਮੀਡੇਟ ਕੀਤਾ। ਜਸਟਿਸ ਝਾਂਜੀ ਦੇ ਆਰਡਰ ਦੇ ਵਿੱਚ ਰਿਕਾਰਡਡ ਹੈ ਦੈਟ ਹੀ ਵਾਸ ਅ ਸਿਟਿੰਗ ਹਾਈ ਕੋਰਟ ਜੱਜ। ਸੈਣੀ ਦਾ ਇਨਫਲੂਐਂਸ ਇੰਨਾ ਸੀ ਕਿ ਐਸਐਸਪੀ ਹੁੰਦਿਆਂ ऑनरेबल हाई कोर्ट ने डायरेक्शन दी कि ਇਹਦੇ ਖਿਲਾਫ ਚਲਾਨ ਅੰਬਾਲਾ 'ਚ ਦੇਣਾ ਹੈ, ਸੀਬੀਆਈ ਸਪੈਸ਼ਲ ਕੋਰਟ 'ਚ, ਨਾਟ ਇਨ ਲੁਧਿਆਣਾ। ਸੁਪਰੀਮ ਕੋਰਟ ਨੇ ਉਸ ਵੇਲੇ ਜਦੋਂ ਇਹ ਡੀਆਈਜੀ ਬਣ ਗਿਆ ਸੀ ਟ੍ਰਾਇਲ ਦਿੱਲੀ ਟ੍ਰਾਂਸਫਰ ਕਰਤੀ। ਸੋ ਇਨਫਲੂਐਂਸ ਇੰਨਾ ਸੀ। ਚੀਫ ਜਸਟਿਸ ਆਫ ਇੰਡੀਆ ਰਹੇ ਜਿਹੜੇ ਇੱਥੇ ਚੀਫ ਜਸਟਿਸ ਸੀ, ਜਸਟਿਸ ਤੀਰਥ ਸਿੰਘ ਠਾਕੁਰ, ਉਹਨਾਂ ਨੇ ਇਨਕੁਆਇਰੀ ਰਿਪੋਰਟ ਦੇ ਵਿੱਚ ਇਹਨੂੰ ਇੰਡਾਈਟ ਕੀਤਾ। ਯੂਐਨ ਦੀ ਰਿਪੋਰਟ ਦੇ ਵਿੱਚ ਸੈਣੀ ਦਾ ਨਾਂ ਹੈ ਐਜ਼ ਅ ਹਿਊਮਨ ਰਾਈਟਸ ਵਾਇਲੇਟਰ। ਇਹ ਚੀਜ਼ਾਂ ਤਾਂ ਕਦੇ ਦੱਸੀਆਂ ਹੀ ਨਹੀਂ ਗਈਆਂ ਔਨਰੇਬਲ ਹਾਈ ਕੋਰਟ ਨੂੰ। ਐਂਡ ਬਲੈਂਕਟ ਬੇਲ ਤਾਂ ਉਹਨੂੰ ਮਿਲਣੀ ਸੀ, ਉਹਦਾ ਵੈਂਡੇਟਾ ਤਾਂ ਅਸੀਂ ਆਪ ਹੀ ਸਰਕਾਰ ਕਹਿ ਰਹੀ ਹੈ ਜੋ ਚੀਜ਼ਾਂ ਕਿ ਜੀ ਸੈਣੀ ਦੇ ਐਂਟੀਸੀਡੈਂਟਸ ਹੀ ਨਹੀਂ ਦੱਸੇ ਤੇ ਵੈਂਡੇਟਾ ਤਾਂ ਪ੍ਰੂਵ ਹੀ ਹੋ ਗਿਆ। ਯਾਨੀ ਇਸ ਸਰਕਾਰ ਦੀ ਵੀ ਅਣਗਹਿਲੀ ਰਹੀ। ਤੁਸੀਂ 10 ਸਪਟੈਂਬਰ ਦਾ ਆਰਡਰ ਪੜ੍ਹੋ, ਮੇਰੀ ਗੱਲ ਤੇ ਕਿਉਂ ਜਾਂਦੇ ਹੋ? ਸਰਕਾਰ ਨੇ ਕੀ ਫੈਕਟਸ ਪ੍ਰੈਜ਼ੈਂਟ ਕੀਤੇ ਹੈ? 10 ਸਪਟੈਂਬਰ 2021 ਦਾ ਜਿਹੜਾ ਆਰਡਰ ਡਿਸਕਸ ਕਰ ਰਹੇ ਹਾਂ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਗਿਆ ਹੈ, ਉਹਦੇ ਵਿੱਚ ਜਦੋਂ ਸੈਣੀ ਦੇ ਐਂਟੀਸੀਡੈਂਟਸ ਹੀ ਨਹੀਂ ਡਿਟੇਲ 'ਚ ਦੱਸੇ, ਸੈਣੀ ਐਵੀਡੈਂਸ ਟੈਂਪਰ ਵਿਦ ਤਾਂ ਕੀ ਕਰੂਗਾ, ਵਿਟਨੈਸ ਨੂੰ ਕੀ ਇੰਟੀਮੀਡੇਟ ਕਰੂਗਾ, ਜਿਹਨੇ ਜੱਜ ਹੀ ਇੰਟੀਮੀਡੇਟ ਕਰਤੇ। ਜਿਹੜਾ ਬੰਦਾ ਜੱਜਸ ਨੂੰ ਇੰਟੀਮੀਡੇਟ ਕਰ ਸਕਦਾ ਉਹਦੇ ਲਈ ਵਿਟਨੈਸ ਧਮਕਾਉਣਾ ਕੀ ਚੀਜ਼ ਹੈ? ਇਹ ਫੈਕਟਸ ਕਿਉਂ ਜੱਜ ਸਾਹਿਬ ਨੂੰ ਨਹੀਂ ਦੱਸੇ ਗਏ? ਮੈਂ ਨਹੀਂ ਕਹਿ ਰਿਹਾ ਕਿ ਜੱਜ ਸਾਹਿਬ ਦਾ ਆਰਡਰ ਜਿਹੜਾ ਹੈਗਾ ਹੈ, ਦੇਖੋ ਹਰ ਆਰਡਰ ਨੂੰ ਕਿਤੇ ਨਾ ਕਿਤੇ ਚੈਲੰਜ ਕੀਤਾ ਜਾਂਦਾ ਹੈ। ਜੇ ਲੋਅਰ ਜੁਡੀਸ਼ਰੀ ਦਾ ਆਰਡਰ ਹੈ ਉਹ ਹਾਈ ਕੋਰਟ ਚੈਲੰਜ ਹੋਊਗਾ, ਹਾਈ ਕੋਰਟ ਦਾ ਸੁਪਰੀਮ ਕੋਰਟ ਹੋਊਗਾ, ਲੇਕਿਨ ਕਿਤੇ ਨਾ ਕਿਤੇ ਤਾਂ ਸਰਕਾਰ ਨੇ ਆਪਣੇ ਪਾਰਟ ਤੇ ਲੈਪਸ ਛੱਡਿਆ। ਫਿਰ ਜੇ ਉਹ ਆਰਡਰ ਜੁਡੀਸ਼ੀਅਲ ਪੈਰਾਮੀਟਰਸ ਨੂੰ ਐਕਸੀਡ ਕਰ ਰਿਹਾ ਸੀ ਤੇ ਸਪਟੈਂਬਰ ਦਾ ਆਰਡਰ ਹੈ ਜਾ ਕੇ ਫੈਬਰਰੀ ਚੈਲੰਜ ਹੋ ਰਿਹਾ। ਬਹੁਤ ਵਧੀਆ ਆਰਡਰ ਆਇਆ ਹੈ ਹੁਣ, ਪਰ ਉਸ ਆਰਡਰ ਨੂੰ ਇੰਨੀ ਲੇਟ ਲਿਆਂਦਾ ਗਿਆ ਹੈ ਕਿ ਉਹਦਾ ਪਰਪਸ ਹੀ ਡਿਫੀਟ ਹੋ ਰਿਹਾ। ਸਭ ਤੋਂ ਵੱਡੀ ਔਰ ਸਭ ਤੋਂ ਡੈਮੇਜਿੰਗ ਚੀਜ਼ ਆ ਹੈ, ਇਟ ਇਜ਼ ਨਾਟ ਕਿ ਸੈਣੀ ਨੂੰ ਅਰੈਸਟ ਕਰ ਲਓ। ਮੈਂ ਅਰੈਸਟ ਦੀ ਗੱਲ ਹੀ ਨਹੀਂ ਕਰਦਾ। ਮੈਂ ਕਹਿੰਦਾ ਕਿ ਜੀ ਜੋ ਕੇਸ ਹੈ ਉਹ ਤਫਤੀਸ਼ ਹੋਣ, ਸੱਚਾਈ ਪਬਲਿਕ ਦੇ ਸਾਹਮਣੇ ਆਵੇ। ਜੇ ਤਫਤੀਸ਼ਾਂ ਹੀ ਸਾਲੋਂ ਸਾਲ ਅਸੀਂ ਟਪਾਤੇ ਤੇ ਫਿਰ ਤਾਂ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਜਸਟਿਸ ਡਿਨਾਈ ਹੋ ਰਹੀ ਹੈ। ਔਰ ਇਹੋ ਜਿਹੇ ਆਫਿਸਰਸ ਇੱਕ ਮੈਸੇਜ ਭੇਜ ਰਹੇ ਹੈ ਕਿ ਮੇਰੇ ਵਾਂਗੂ ਗਲਤ ਰਾਹ ਫੜੋ, ਯੂ ਵਿਲ ਬੀ ਐਟ ਬੈਸਟ ਇੱਕ ਪੋਲੀਟੀਕਲ ਸਟੰਟ ਲਈ ਤੁਹਾਨੂੰ ਯੂਜ਼ ਕੀਤਾ ਜਾਊਗਾ, ਪਰ ਤੁਹਾਡਾ ਨੁਕਸਾਨ ਕਦੇ ਨਹੀਂ ਹੋਊਗਾ। ਔਰ ਇਹ ਇੰਪ੍ਰੈਸ਼ਨ ਵਾਸ਼ ਆਫ ਕਰਨੇ ਬਹੁਤ ਜ਼ਰੂਰੀ ਨੇ। ਸਰਕਾਰਾਂ ਜੋ ਮਰਜ਼ੀ ਕਰਨ, ਆਪਣੇ ਫਰਜ਼ ਨਹੀਂ ਭੁੱਲਣੇ ਚਾਹੀਦੇ। ਔਰ ਸੁਮੇਧ ਸਿੰਘ ਸੈਣੀ ਵਰਗੇ ਨੂੰ ਜੋ ਆਰਡਰਸ ਮਿਲੇ ਹੈ ਉਹ ਇਸ ਕਰਕੇ ਮਿਲੇ ਹੈ ਕਿਤੇ ਨਾ ਕਿਤੇ ਉਹ ਫੈਕਟਸ ਵੀ ਨਹੀਂ ਪ੍ਰੈਜ਼ੈਂਟ ਹੋਏ ਪ੍ਰੋਪਰਲੀ। ਤਾਂ ਹੀ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਿਹਾ ਹੁਣ ਸਪਟੈਂਬਰ ਦਾ ਆਰਡਰ ਹੈ ਤੇ ਮਾਰਚ ਦੇ ਵਿੱਚ ਸਟੇ ਵਿਕੇਟ ਹੋ ਰਿਹਾ ਜਾਂ ਮੋਡੀਫਾਈ ਕਰਨ ਲਈ ਉਹ ਕਹਿ ਰਹੇ। ਅੱਜ ਦੇ ਆਰਡਰ ਕੀ ਕਹਿੰਦੇ ਨੇ? ਅੱਜ ਜਿਹੜਾ ਸੁਪਰੀਮ ਕੋਰਟ ਦੀ ਤਰਫੋਂ ਆਰਡਰ ਆਇਆ, ਕਿਤੇ ਨਾ ਕਿਤੇ ਝਟਕਾ ਜ਼ਰੂਰ ਹੈ ਸੁਮੇਧ ਸਿੰਘ ਸੈਣੀ ਨੂੰ। ਬਰੀਕੀ ਨਾਲ ਅਗਰ ਇਸ ਆਰਡਰ ਨੂੰ ਵੇਖੀਏ, ਕੀ ਕਹਿੰਦੇ ਨੇ ਆਰਡਰ? ਦੇਖੋ ਆਰਡਰ ਅਜੇ ਅਪਲੋਡ ਇਹਨਾਂ ਨੇ ਨਹੀਂ ਕੀਤਾ ਹੈ, ਬਟ ਜੋ ਬਾਰ ਐਂਡ ਬੈਂਚ ਵੈਬਸਾਈਟ ਨੇ ਸਰਕੂਲੇਟ ਕੀਤਾ ਹੈ ਆਰਡਰ, ਉਹਨਾਂ ਨੇ ਕਿਹਾ ਹੈ ਕਿ ਜਿਹੜਾ ਆਨਰੇਬਲ ਹਾਈ ਕੋਰਟ ਦਾ ਆਰਡਰ ਹੈ ਉਹ ਕਿਸੇ ਹੁਣ ਕੇਸ ਕਿਸੇ ਹੋਰ ਜੱਜ ਸਾਹਿਬ ਕੋਲ ਭੇਜਿਆ ਜਾਵੇ, ਕਿਉਂਕਿ ਉਹ ਆਰਡਰ ਪਾਸ ਕਰਦੇ ਆ ਕੁਝ ਉਹਦੇ ਵਿੱਚ ਪੈਰਾਮੀਟਰਸ ਐਕਸੀਡ ਹੋ ਗਏ ਹੈ ਕਿ ਜਿਹੜੇ ਆਫੈਂਸਿਸ ਕਮਿਟ ਵੀ ਨਹੀਂ ਉਹਨੇ ਕੀਤੇ ਉਹਨਾਂ ਲਈ ਵੀ ਬਲੈਂਕਟ ਪ੍ਰੋਟੈਕਸ਼ਨ ਦਿੱਤੀ ਗਈ ਹੈ ਜੋ ਨਹੀਂ ਦਿੱਤੀ ਜਾਂਦੀ। ਸੋ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਉਹ ਆਨਰੇਬਲ ਚੀਫ ਜਸਟਿਸ ਨੂੰ ਕਿਹਾ ਕਿ 2 ਹਫ਼ਤਿਆਂ ਦੇ ਵਿੱਚ ਕਿਸੇ ਹੋਰ ਕੋਲ ਲਿਸਟ ਕਰਾ ਕੇ ਇਹਨੂੰ ਫਾਈਨਲੀ ਡਿਸਾਈਡ ਕਰਾਉਣਗੇ।
ਹੁਣ ਇਹ ਐਸਪੈਕਟ ਤਾਂ ਬਹੁਤ ਵਧੀਆ ਹੈ ਔਰ ਬਹੁਤ ਇੰਪੋਰਟੈਂਟ ਹੈ ਕਿ ਸੈਣੀ ਨੂੰ ਝਟਕਾ ਲੱਗਿਆ। ਜਿਹੜੀ ਬਲੈਂਕਟ ਬੇਲ ਇਹ 2018 ਤੋਂ ਖਿੱਚੀ ਆ ਰਿਹਾ ਸੀ ਉਹ ਐਟਲੀਸਟ ਹੁਣ ਫਾਈਨਲੀ ਡਿਸਾਈਡ ਹੋ ਜਾਊਗੀ। ਲੇਕਿਨ ਉਹਦੀ ਦੂਜੀ ਐਸਪੈਕਟ ਵੇਖੋ ਕਿ ਜੇ 3.5 ਸਾਲ ਹਾਈ ਕੋਰਟ ਦੇ ਵਿੱਚ ਸਰਕਾਰ ਤੇ ਅਕਿਊਜ਼ਡ ਰਲ ਕੇ ਬਲੈਂਕਟ ਬੇਲਸ ਹੀ ਪੋਸਟਪੋਨ ਕਰਾਈ ਜਾਣ ਤੇ ਇਨਸਾਫ ਦੀ ਉਮੀਦ ਅਸੀਂ ਕਿਹਦੇ ਤੋਂ ਰੱਖੀਏ? ਇਹ ਤਾਂ ਜੱਜ ਵੀ ਕੇਸ ਡਿਸਾਈਡ ਕਿਵੇਂ ਕਰੂਗਾ ਜਦੋਂ ਦੋਵੇਂ ਪਾਰਟੀਆਂ ਹੀ ਡੇਟ ਮੰਗ ਲੈਣ? ਸੋ ਕਿਤੇ ਨਾ ਕਿਤੇ ਝਟਕਾ ਹੈ। ਹੁਣ ਐਟਲੀਸਟ ਅਸੀਂ ਇਹ ਤਾਂ ਹੋਪ ਰੱਖਾਂਗੇ ਨਾ ਕਿ ਬਲੈਂਕਟ ਬੇਲ ਡਿਸਾਈਡ ਤਾਂ ਹੋਊਗੀ ਫਾਈਨਲੀ, ਇੰਟਰਮ ਵਿਲ ਨਾਟ ਕੰਟੀਨਿਊ ਇੰਡੈਫੀਨਿਟਲੀ। ਯਾਨੀ ਇਸ ਦੇ ਵਿੱਚ ਹੁਣ ਓਵਰਆਲ ਕਹੀਏ ਕਿ 2 ਹਫ਼ਤਿਆਂ ਦੇ ਵਿੱਚ ਡਿਸਾਈਡ ਕਰਨਾ ਹੈ ਕਿ ਜਿਹੜੇ ਵੀ ਕੇਸ ਪੈਂਡਿੰਗ ਨੇ ਉਹ ਕਿਆ ਸੀਬੀਆਈ ਨੂੰ ਜਾਣੇ ਚਾਹੀਦੇ ਨੇ, ਨਹੀਂ ਜਾਣੇ ਚਾਹੀਦੇ। ਉਸ ਤੋਂ ਬਾਅਦ ਓਵਰਆਲ ਸਾਰੀ ਸਮੀਕਰਨ ਕਲੀਅਰ ਹੋਣਗੇ ਕਿ ਆਖਿਰ ਸੈਣੀ ਵਾਲੇ ਮਾਮਲਿਆਂ ਦਾ ਹੋਊਗਾ ਕਿਉਂਕਿ ਮੁਲਤਾਨੀ ਵਾਲੇ ਕੇਸ ਦੀ ਗੱਲ ਕਰੀਏ ਤਕਰੀਬਨ 28 ਸਾਲ ਕਹਿ ਸਕਦੇ ਹਾਂ, ਇੰਨੇ ਸਾਲ ਹੋ ਗਏ ਕਿ ਹਜੇ ਤੱਕ 91 ਦਾ ਕੇਸ ਹੈ, ਯਾਨੀ ਬਹੁਤ ਸਾਲ ਹੋ ਗਏ ਉਸ ਨੂੰ ਲੈ ਕੇ ਵੀ ਕਹਿ ਦਈਏ। ਹੋਰ ਵੀ ਕਈ ਕੇਸਾਂ ਦੀ ਗੱਲ ਕਰੀਏ ਲਗਭਗ ਕਈ ਸਾਲ ਹੋ ਚੁੱਕੇ ਨੇ ਜਿਸ ਦੇ ਵਿੱਚ ਲੋਕੀ ਕਹਿੰਦੇ ਨੇ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਹੁਣ ਹੈ ਆਸ ਕਿ ਇਨਸਾਫ ਮਿਲੂਗਾ? ਉਹ ਇਨਸਾਫ ਤਾਂ ਮੈਂ ਫਿਰ ਤੁਹਾਡੇ ਦਰਸ਼ਕਾਂ ਨੂੰ ਗੱਲ ਕਲੀਅਰ ਕਰਦਾ, ਮੈਂ ਆਪਣੀ ਹਰ ਇੰਟਰਵਿਊ 'ਚ ਕਿਹਾ ਹੈ ਰੱਬ ਦੇ ਘਰ ਦੇਰ ਜ਼ਰੂਰ ਹੈ, ਨੇਰ ਨਹੀਂ ਹੈ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਇਹਦੇ ਵਰਗੇ ਬਚ ਹੀ ਨਹੀਂ ਸਕਦੇ ਕਦੇ। ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ, ਸਜ਼ਾ ਇਹਨੂੰ ਜ਼ਰੂਰ ਮਿਲੂਗੀ ਇਹਦੇ ਪਾਪਾਂ ਦੀ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਬਿਲਕੁਲ ਠੀਕ ਹੈ, 31 ਸਾਲ ਮੁਲਤਾਨੀ ਕੇਸ ਨੂੰ ਹੋ ਚੱਲੇ ਹੈ। ਜਿਹੜਾ ਦਿੱਲੀ ਇਹਨੇ ਟ੍ਰਾਇਲ ਫੇਸ ਕਰ ਰਿਹਾ ਸੀਬੀਆਈ ਕੋਲ, ਉਹ ਕੇਸ ਦੇ ਵਿੱਚ ਵੀ ਮਤਲਬ 94 ਦਾ ਉਹ ਕੇਸ ਹੈ, ਸੋ 28 ਸਾਲ ਉਸ ਕੇਸ ਨੂੰ ਹੋ ਚੱਲੇ ਹੈ। ਉਸੇ ਤਰ੍ਹਾਂ ਇੱਥੇ ਜਿਹੜੀ ਇਹਦੀ ਲੇਕਿਨ ਪਟੀਸ਼ਨ ਹੈ ਉਹ ਬਲੈਂਕਟ ਬੇਲ ਹੈ ਕਿ ਅਰੈਸਟ ਤੋਂ ਇਹ ਪ੍ਰੋਟੈਕਸ਼ਨ ਮੰਗ ਰਿਹਾ ਹੈ। ਸੀਬੀਆਈ ਦਾ ਤਾਂ ਇਹ ਬਹਾਨਾ ਹੀ ਮੰਨ ਰਿਹਾ। ਜੇ ਸੀਬੀਆਈ ਦੇ ਵਿੱਚ ਸੈਣੀ ਨੂੰ ਫੇਥ ਹੈ, ਲੈਟ ਹਿਮ ਸੇ ਔਨ ਰਿਕਾਰਡ ਕਿ ਜੀ ਸੀਬੀਆਈ 'ਚ ਮੈਨੂੰ ਫੇਥ ਹੈ। ਇਹ ਦਿੱਲੀ ਟ੍ਰਾਇਲ ਇਹਦਾ ਮਤਲਬ ਜੋ ਸੀਬੀਆਈ ਨੇ ਇਹਦੇ ਖਿਲਾਫ ਚਾਰਜ ਸ਼ੀਟ ਫਾਈਲ ਕੀਤੀ ਹੈ ਉਹ ਸਹੀ ਹੈ, ਉਹ ਤਾਂ ਸੁਮੇਧ ਸੈਣੀ ਦਾ ਸਿੱਧਾ ਕਨਵਿਕਸ਼ਨ ਦਾ ਰਹਾ ਹੈ। ਲੈਟ ਹਿਮ ਸੇ ਕਿ ਸੀਬੀਆਈ 'ਚ ਉਹਨੂੰ ਫੇਥ ਹੈ। ਇੱਕ ਹੋਰ ਚੀਜ਼ ਇਸ ਦੇ ਵਿੱਚ ਆਈ ਹੈ ਜਿਹੜੀ ਮੈਂ ਵੀ ਹੁਣ ਪੜ੍ਹ ਰਿਹਾ ਕਿ ਅਨਪ੍ਰੈਸਿਡੈਂਟਡ ਆਰਡਰ, ਇਸ ਦੇ ਕੀ ਮਾਇਨੇ ਨੇ? ਇਹਦਾ ਮਤਲਬ ਇਹ ਹੈ ਕਿ ਇਹੋ ਜਿਹਾ ਆਰਡਰ ਕਦੇ ਵੀ ਪਾਸ ਨਹੀਂ ਹੋਇਆ ਕਿ ਜਿਹੜੇ ਬੰਦੇ ਨੇ ਆਫੈਂਸ ਨਹੀਂ ਕਮਿਟ ਕੀਤਾ ਉਹਨੂੰ ਉਹਦੇ 'ਚ ਬਲੈਂਕਟ ਬੇਲ ਦਿੱਤੀ ਜਾਵੇ। ਯਾਨੀ ਆਉਣ ਵਾਲੇ ਦਿਨਾਂ ਵਿੱਚ ਅਗਰ ਕੋਈ ਐਫਆਈਆਰ ਦਰਜ ਹੁੰਦੀ ਹੈ ਤਾਂ ਉਸ ਦੇ ਵਿੱਚ ਆਲਰੇਡੀ ਉਸ ਕੋਲ ਬਲੈਂਕਟ ਬੇਲ ਹੋਊਗੀ, ਉਸ ਦੀ ਅਰੈਸਟ ਹੋਊਗੀ। ਉਹਦੇ ਕੋਲ ਸੀਗੀ ਇਹ ਬਲੈਂਕਟ ਬੇਲ। ਇਸੇ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਇਹਨੂੰ ਤਾਂ ਹੀ ਡਿਸਾਈਡ ਕਰਵਾਇਆ ਗਿਆ। ਹੁਣ ਇਹਨੂੰ ਪੈਂਡਿੰਗ ਰੱਖ ਕੇ ਸਪਟੈਂਬਰ ਤੋਂ ਇੰਟਰਮ ਦਵਾ ਕੇ ਇਹ ਇੰਟਰਮ 6 ਮਹੀਨੇ ਉਹਨੂੰ ਕੰਟੀਨਿਊ ਕਰ ਗਿਆ। 10 ਸਪਟੈਂਬਰ ਦਾ ਮਤਲਬ ਕੀ ਹੈ? ਸਪਟੈਂਬਰ, ਅਕਤੂਬਰ, ਪੂਰਾ ਸਪਟੈਂਬਰ ਹੀ ਆਲਮੋਸਟ ਹੋ ਗਿਆ। ਸੋ ਹੁਣ ਤੱਕ 6 ਮਹੀਨੇ ਉਹ ਇਸ ਇੰਟਰਮ ਨੂੰ ਇੰਜੋਏ ਕਰ ਗਿਆ। ਸੋ ਅੱਜ ਜੋ ਉਹਨੂੰ ਝਟਕਾ ਲੱਗਿਆ ਉਹ ਝਟਕਾ ਜ਼ਰੂਰ ਵੱਡਾ ਹੈ, ਦੇਰ ਨਾਲ ਲੱਗਿਆ ਪਰ ਲੱਗਿਆ ਦੁਰਸਤ। ਸੋ ਹੁਣ 2 ਹਫ਼ਤਿਆਂ ਦੇ ਵਿੱਚ ਜਿਹੜੇ ਕੇਸਾਂ ਦੀ ਸੁਣਵਾਈ ਹੋਏਗੀ, ਤੁਹਾਡਾ ਵੀ ਕੇਸ ਉਹਨਾਂ ਦੇ ਵਿੱਚ ਲੱਗਦਾ ਨਜ਼ਰ ਆਏਗਾ, ਤਿਆਰੀ ਪੂਰੀ ਕਰ ਲਈ ਹੈ? ਅਜੇ ਤਾਂ ਬਲੈਂਕਟ ਬੇਲ ਹੈ ਜੀ, ਸਿਰਫ ਬਲੈਂਕਟ ਬੇਲ ਡਿਸਾਈਡ ਹੋਣੀ ਹੈ। ਉਹ ਤਾਂ ਹੁਣ ਅਰੈਸਟ ਸਰਕਾਰ ਨੇ ਕਰਨਾ ਹੈ। ਜਿਹੜਾ ਮੁਲਤਾਨੀ ਕੇਸ ਹੈ, ਮੁਲਤਾਨੀ ਕੇਸ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਹੀ ਆਨਰੇਬਲ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਜੀ ਅਸੀਂ ਚਲਾਨ ਫਾਈਲ ਕਰਨਾ ਹੈ, ਜਿਹੜਾ ਟਰਾਂਸਲੇਟ ਕਰਕੇ ਪਲੇਸ ਔਨ ਰਿਕਾਰਡ ਕਰਨਾ ਹੈ। ਸੋ ਸੈਣੀ ਦੇ ਵਕੀਲ ਨੇ ਕਿਹਾ ਜੀ ਫਿਰ ਤਾਂ ਥੱਲੇ ਟ੍ਰਾਇਲ ਕੋਰਟ ਪ੍ਰੋਸੀਡ ਕਰ ਜੂਗੀ। ਸੋ ਪੰਜਾਬ ਸਰਕਾਰ ਨੇ ਆਪ ਹੀ ਕਹਿਤਾ ਕਿ ਠੀਕ ਹੈ ਜੀ ਐਡਜਰਨ ਕਰ ਦਿਓ, ਟ੍ਰਾਇਲ ਕੋਰਟ ਨੂੰ ਡਾਇਰੈਕਸ਼ਨ ਦੇ ਦਿਓ। ਉਹ ਉਦੋਂ ਤੋਂ ਅੱਜ ਤੱਕ ਐਡਜਰਨਮੈਂਟ ਚੱਲ ਰਹੀ ਹੈ। ਸੋ ਉਹ ਹੁਣ ਕਦੋਂ ਲਿਸਟ ਹੁੰਦਾ ਸਾਨੂੰ ਪਤਾ ਨਹੀਂ, ਜਦੋਂ ਲਿਸਟ ਹੋ ਜਾਊਗਾ ਵੀ ਆ ਪ੍ਰੀਪੇਅਰਡ ਫॉर ਆਰਗੂਮੈਂਟਸ। ਰਲੀ ਮਿਲੀ ਭਗਤ ਹੋਗੀ। ਦੇਖੋ ਇੰਨੀ ਦੇਰ ਤੋਂ ਜੇ ਸਰਕਾਰ ਇਹਨੂੰ ਨਹੀਂ ਫੜ ਸਕੀ, ਇੰਨੀ ਦੇਰ ਤੋਂ ਜੁਆਇੰਟ ਐਡਜਰਨਮੈਂਟਸ 2018 ਤੋਂ ਲੈ ਰਹੇ ਸੀ, ਸੋ ਆਬਵੀਅਸ ਜੀ ਗੱਲ ਹੈ ਕਿ ਸਰਕਾਰ ਨੇ ਕੀਤਾ। ਸਰਕਾਰ ਦੀ ਕੰਸੈਂਟ ਤੋਂ ਬਿਨਾ ਨਹੀਂ ਹੋਇਆ। ਹੁਣ ਸਰਕਾਰ ਦੇ ਵਿੱਚ A ਅਫਸਰ ਨੇ ਕੀਤਾ ਜਾਂ B ਨੇ ਕੀਤਾ, ਦੈਟ ਇਜ਼ ਇਮੈਟੀਰੀਅਲ। ਬਿਕੋਜ਼ ਬਹੁਤ ਕੇਸਿਸ ਦੇ ਵਿੱਚ ਹੁੰਦਾ ਹੈ ਪਰ ਜਾਂ ਤਾਂ ਸੈਣੀ ਦੇ ਕੇਸ ਨੂੰ ਅਹਿਮੀਅਤ ਨਾ ਦਿੰਦੀ ਸਰਕਾਰ, ਯਾਰ ਰੁਤਬਾ ਹੈ ਹਜੇ ਵੀ ਕਾਇਮ ਹੈ। ਰੁਤਬਾ ਕਾਇਮ ਨਹੀਂ ਹੈ, ਰੁਤਬਾ ਕਾਇਮ ਨਹੀਂ ਹੈ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨੂੰ ਹੈਲਪ ਕਰਨ ਲਈ ਤਿਆਰ ਸੀ, ਕੋਈ ਹੈਲਪ ਕਰਨ ਲਈ ਤਿਆਰ ਹੋ ਜਾਂਦਾ। ਬਿਲਕੁਲ ਦੇਖੋ, ਲੇਕਿਨ ਅੱਜ ਸੁਪਰੀਮ ਕੋਰਟ ਦੀ ਤਰਫੋਂ ਜਿਹੜੀ ਰਾਹਤ ਦੇ ਉੱਪਰ ਸਿੱਧੇ ਤੌਰ ਤੇ ਆਬਜੈਕਸ਼ਨ ਚੁੱਕੇ ਗਏ ਨੇ, ਸੁਪਰੀਮ ਕੋਰਟ ਦੀ ਤਰਫੋਂ ਸੈਣੀ ਨੂੰ ਜਿਹੜਾ ਝਟਕਾ ਦਿੱਤਾ ਗਿਆ, ਵੇਖਣ ਵਾਲੀ ਗੱਲ ਰਹੇਗੀ ਕਿੰਨਾ ਕੁ ਭਾਰੀ ਪੈਂਦਾ ਹੈ ਝਟਕਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਇਸ ਮਾਮਲਿਆਂ ਦੀ ਸੁਣਵਾਈ ਹੋਏਗੀ ਤਾਂ ਕੀ ਕੁਝ ਤੱਥ ਕੋਰਟ ਦੇ ਸਾਹਮਣੇ ਰੱਖੇ ਜਾਣਗੇ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।